ਤੇ ਮੇਰੇ ਨਾਲ ਲਾਈਨ ਦੇ ਉੱਤੇ ਨੇ ਇਸ ਵੇਲੇ ਪੰਜਾਬ ਤੋਂ ਦਾ ਐਡੀਟਰ ਅਖਬਾਰ ਦੇ ਐਡੀਟਰ ਪਰਮਿੰਦਰ ਬਰਿਆਣਾ। ਦੋ ਬੜੀਆਂ ਅਹਿਮ ਖਬਰਾਂ ਲੈ ਕੇ ਪਰਮਿੰਦਰ ਸਵਾਗਤ ਕਰਦੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪਰਮਿੰਦਰ ਦੋ ਵੱਡੀਆਂ ਖਬਰਾਂ ਪੰਜਾਬ ਦੀਆਂ, ਵੈਸੇ ਤੇ ਇੰਟਰ ਰਿਲੇਟਡ ਹੀ ਨੇ ਇੱਕ ਤਰੀਕੇ ਨਾਲ। ਅਟਕਲਾਂ ਲੱਗ ਰਹੀਆਂ ਸੀ ਕੁਝ ਦਿਨਾਂ ਤੋਂ ਕਿ ਅਸ਼ਵਨੀ ਸ਼ਰਮਾ ਨੂੰ ਹਟਾਇਆ ਜਾ ਸਕਦਾ ਹੈ ਪੰਜਾਬ ਦੇ ਪ੍ਰਧਾਨ ਦੇ ਵਜੋਂ ਤੇ ਕੋਈ ਨਵੇਂ ਪ੍ਰਧਾਨ ਆ ਸਕਦੇ ਆ। ਸੁਨੀਲ ਜਾਖੜ ਦਾ ਨਾਮ ਵੀ ਚੱਲਿਆ ਸੀ। ਅਸ਼ਵਨੀ ਸ਼ਰਮਾ ਨੇ ਕਹਿ ਦਿੱਤਾ ਸੀ ਕਿ ਰਵਾਇਤ ਨਹੀਂ ਹੈ ਅਸਤੀਫਾ ਦੇਣ ਦੀ ਬੀਜੇਪੀ ਦੇ ਵਿੱਚ, ਤੇ ਇਹ ਸਭ ਖਬਰਾਂ ਦਾ ਮੈਂ ਖੰਡਨ ਕਰਦਾ। ਪਰ ਅੱਜ ਗੱਲ ਮੋਹਰ ਲੱਗ ਗਈ ਇਸ ਗੱਲ ਤੇ। ਤੋ ਕੱਲ ਦੇ ਦੁਸ਼ਮਣ ਦੋਸਤ ਮੁੜ ਕੇ ਬਣਨ ਜਾ ਰਹੇ ਨੇ। ਮੈਂ ਕਈ ਵਾਰੀ ਹੈਰਾਨ ਹੁੰਨਾ ਰਾਜਨੀਤੀ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਕਿ ਚੋਣ ਲੜੀ ਇਸੇ ਹੀ ਸੁਨੀਲ ਜਾਖੜ ਨੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਵਜੋਂ, ਉਸ ਵੇਲੇ ਬੀਜੇਪੀ ਦੇ ਖਿਲਾਫ ਸੀ ਔਰ ਸਨੀ ਦਿਓਲ ਨੇ ਇਹਨਾਂ ਨੂੰ ਹਰਾ ਦਿੱਤਾ। ਹਾਲਾਂਕਿ ਕੋਈ ਸ਼ੱਕ ਨਹੀਂ ਕਿ ਬੜੇ ਕਾਬਲ ਲੀਡਰ ਨੇ। ਸਨੀ ਦਿਓਲ ਇੱਕ ਨਾ ਤਜਰਬੇਕਾਰ ਰਾਜਨੀਤਿਕ ਵਿਅਕਤੀ, ਔਰ ਉਹ ਸਾਬਤ ਵੀ ਹੋਇਆ ਟੋਟਲ ਫੇਲਿਅਰ, ਐਡਾ ਵੱਡਾ ਫੇਲਿਅਰ ਸਾਬਤ ਹੋਇਆ ਕਿ ਬੀਜੇਪੀ ਲਈ ਐਮਬੈਰਸਮੈਂਟ ਬਣ ਗਿਆ। ਨਾ ਤੇ ਵੋਟ ਪਾਉਣ ਆਉਂਦਾ ਹੈ ਪਾਰਲੀਮੈਂਟ 'ਚ, ਨਾ ਕਦੀ ਪਾਰਲੀਮੈਂਟ ਅਟੈਂਡ ਕਰਦਾ। ਪਿਛਲੇ ਦਿਨਾਂ ਵਿੱਚ ਹੋਮ ਮਿਨਿਸਟਰ ਆਏ ਸੀ ਗੁਰਦਾਸਪੁਰ ਅਮਿਤ ਸ਼ਾਹ, ਤੇ ਮੌਕੇ ਦਾ MP ਵੀ ਉੱਥੇ ਫਿਰ ਵੀ ਮੌਜੂਦ ਨਹੀਂ ਸੀ। ਤੋ ਜਦ ਦਾ ਕਾਂਗਰਸ ਨੂੰ ਦੇ ਵਿੱਚੋਂ ਲਿਆ ਹੈ ਬੀਜੇਪੀ ਨੇ ਸੁਨੀਲ ਜਾਖੜ ਨੂੰ, ਉਹਨਾਂ ਨੂੰ ਕਿਤੇ ਨਾ ਕਿਤੇ ਐਡਜਸਟ ਕੀਤਾ ਹੀ ਜਾਣਾ ਸੀ। ਤੋ ਇੱਕ ਤੇ ਮੇਰਾ ਸਵਾਲ ਇਹ ਹੈ ਕਿ ਜਿਹੜੀ ਸੀਟ ਉਹ ਹਾਰੇ ਸੀ ਕਾਂਗਰਸ ਵੱਲੋਂ, ਬੀਜੇਪੀ ਨੇ ਹਰਾਇਆ, ਕੀ ਹੁਣ ਬੀਜੇਪੀ ਦੇ ਪ੍ਰਧਾਨ ਬਣਨ ਤੋਂ ਬਾਅਦ ਉਹਨਾਂ ਨੂੰ ਚੋਣ ਲੜਾਈ ਜਾਏਗੀ? ਕਿਉਂਕਿ ਸਨੀ ਦਿਓਲ ਤੇ ਚੋਣ ਲੜਦਾ ਨਜ਼ਰ ਨਹੀਂ ਆਉਂਦਾ ਹੁਣ ਗੁਰਦਾਸਪੁਰ ਤੋਂ, ਤੇ ਕੀ ਚੋਣ ਲੜਾਈ ਜਾਏਗੀ ਸੁਨੀਲ ਜਾਖੜ ਨੂੰ ਪੰਜਾਬ ਗੁਰਦਾਸਪੁਰ ਤੋਂ? ਔਰ ਕੀ ਸਮੀਕਰਨ, ਕਿੰਨਾ ਕੁ ਬੀਜੇਪੀ ਨੂੰ ਫਾਇਦਾ ਹੋਏਗਾ? ਇੱਕ ਹਿੰਦੂ ਚਿਹਰਾ ਹੈ, ਜਾਟ ਚਿਹਰਾ ਵੀ ਹੈ, ਕੀ ਸੋਚ ਕੇ ਅਸ਼ਵਨੀ ਸ਼ਰਮਾ ਨੂੰ ਹਟਾਇਆ ਗਿਆ ਤੇ ਜਾਖੜ ਨੂੰ ਬਣਾਇਆ ਗਿਆ? ਪਹਿਲਾਂ 2 ਮਿੰਟ ਤੇ ਗੱਲ ਕਰ ਲਈਏ ਜੀ, ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਇਹ ਚਰਚਾ ਚੱਲ ਰਹੀ ਸੀਗੀ ਕਿ ਜਿਹੜਾ ਆ ਅਸ਼ਵਨੀ ਸ਼ਰਮਾ ਨੂੰ ਜਿਹੜਾ ਆ ਉਹ ਉਤਾਰਿਆ ਜਾਵੇਗਾ ਤੇ ਸੁਨੀਲ ਜਾਖੜ ਹੁਣਾਂ ਨੂੰ ਬੀਜੇਪੀ ਦਾ ਪ੍ਰਧਾਨ ਬਣਾਇਆ ਜਾਏਗਾ। ਜਦ ਕਿ ਇਸ ਤੋਂ ਇਲਾਵਾ ਹਰਜੀਤ ਸਿੰਘ ਗਰੇਵਾਲ ਦਾ ਵੀ ਨਾਮ ਦੀ ਚਰਚਾ ਸੀਗੀ ਕਿ ਕਿਸੇ ਬੀਜੇਪੀ ਸਿੱਖ ਚਿਹਰੇ ਨੂੰ ਜਿਹੜਾ ਪ੍ਰਧਾਨ ਬਣਾ ਸਕਦੀ ਆ। ਸੋ ਲੇਕਿਨ ਕਿਉਂਕਿ ਸੁਨੀਲ ਜਾਖੜ ਜਿਨ੍ਹਾਂ ਦਾ ਬੜੀ ਸਾਫ਼ ਸੁਥਰੀ ਛਵੀ ਰਹੀ ਆ ਰਾਜਨੀਤੀ ਦੇ ਵਿੱਚ, ਔਰ ਚੰਗੇ ਬੁਲਾਰੇ ਵੀ ਨੇ, ਇੱਕ ਚੰਗਾ ਆਧਾਰ ਵੀ ਰੱਖਦੇ ਨੇ। ਸੋ ਇਹ ਇੱਕ ਜਿਹੜੀ ਬੀਜੇਪੀ ਦੇ ਅੰਦਰੋਂ ਨਿਕਲ ਕੇ ਗੱਲ ਸਾਹਮਣੇ ਆ ਰਹੀ ਆ ਕਿ ਬੀਜੇਪੀ ਇੱਕ ਨਵਾਂ ਐਕਸਪੈਰੀਮੈਂਟ ਕਰਨ ਜਾ ਰਹੀ ਆ ਪੰਜਾਬ ਦੇ ਵਿੱਚ। ਇਹ ਪਹਿਲੀ ਵਾਰੀ ਹੋਇਆ ਕਿ ਇਹਨਾਂ ਨੇ ਇੱਕ ਨੌਨ RSS ਕੇਡਰ ਤੋਂ ਬੰਦਾ ਜਿਹੜਾ ਉਹਨੂੰ ਪ੍ਰਧਾਨ ਬਣਾਇਆ, ਜਦਕਿ ਪਹਿਲਿਆਂ ਦੇ ਵਿੱਚ ਜਿਹੜੇ ਪ੍ਰਧਾਨ ਬਣਦੇ ਰਹੇ ਅਮੂਮਨ ਜ਼ਿਆਦਾਤਰ ਉਹ RSS ਜਿਹੜੇ ਪੁਰਾਣੇ ਕੇਡਰ ਦੇ ਵਿੱਚੋਂ ਹੀ ਬੰਦੇ ਜਿਹੜੇ ਆ ਪ੍ਰਧਾਨ ਬਣਾਏ ਜਾਂਦੇ ਰਹੇ ਨੇ, ਚਾਹੇ ਉਹ ਅਸ਼ਵਨੀ ਸ਼ਰਮਾ ਹੋਣ, ਚਾਹੇ ਕਮਲ ਸ਼ਰਮਾ ਹੋਣ, ਚਾਹੇ ਵਿਜੇ ਸਾਂਪਲਾ ਹੋਵੇ। ਸੋ ਇਹ ਇੱਕ ਨਵਾਂ ਐਕਸਪੈਰੀਮੈਂਟ ਦੇ ਤੌਰ ਦੇ ਉੱਤੇ ਇਹ ਦੇਖਿਆ ਜਾ ਰਿਹਾ। ਸੋ ਇੱਕ ਜਿਹੜੀ ਸਭ ਤੋਂ ਬੜੀ ਇੰਪੋਰਟੈਂਟ ਗੱਲ ਸੀਗੀ ਕਿ ਇਹ ਜਿਹੜੀ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਸੀਗੀ, ਇਹਦੇ ਤੋਂ ਜਿਹੜੀ ਇਹਨਾਂ ਦੀ ਕੇਂਦਰੀ ਲੀਡਰਸ਼ਿਪ ਆ ਉਹ ਬੜੇ ਸਮੇਂ ਤੋਂ ਨਾਰਾਜ਼ ਚੱਲੀ ਆ ਰਹੀ ਸੀਗੀ। ਉਹਦੇ ਦੋ ਜਿਹੜੇ ਵੱਡੇ ਕਾਰਨ ਨੇ, ਜਿਨ੍ਹਾਂ ਦੇ ਵਿੱਚ ਇੱਕ ਵੱਡਾ ਪਹਿਲਾ ਕਾਰਨ ਆ ਕਿ ਇਹਨਾਂ ਨੇ ਨੈਸ਼ਨਲ ਲੀਡਰਸ਼ਿਪ ਨੂੰ ਖਾਸ ਕਰਕੇ ਕਿਸਾਨ ਅੰਦੋਲਨ ਦੇ ਮਾਮਲੇ ਦੇ ਵਿੱਚ ਮਿਸਗਾਈਡ ਕੀਤਾ ਸੀ ਕਿ ਇਹ ਕੋਈ ਬਹੁਤ ਵੱਡਾ ਅੰਦੋਲਨ ਨਹੀਂ ਹੋਏਗਾ, ਇਹ ਚੰਦ ਬੰਦਿਆਂ ਦੀਆਂ ਥੋੜੀਆਂ ਜਿਹੀਆਂ ਕਿਸਾਨ ਜਥੇਬੰਦੀਆਂ ਨੇ ਉਹ ਇਸ ਤਰ੍ਹਾਂ ਦਾ ਵਿਰੋਧ ਕਰ ਰਹੀਆਂ ਨੇ। ਲੇਕਿਨ ਜਦੋਂ ਇਹ ਅੰਦੋਲਨ ਵੱਡਾ ਹੋਇਆ, ਇੰਟਰਨੈਸ਼ਨਲ ਪੱਧਰ ਦੇ ਉੱਤੇ ਬੀਜੇਪੀ ਦੀ ਛਵੀ ਨੂੰ ਜਿਹੜੀ ਬੜੀ ਵੱਡੀ ਸੈਟਬੈਕ ਲੱਗੀ ਆ, ਉਹਦੇ ਲਈ ਕਿਤੇ ਨਾ ਕਿਤੇ ਨੈਸ਼ਨਲ ਲੀਡਰਸ਼ਿਪ ਜਿਹੜੀ ਆ ਪੰਜਾਬ ਦੀ ਲੀਡਰਸ਼ਿਪ ਨੂੰ ਜਿਹੜਾ ਜ਼ਿੰਮੇਵਾਰ ਮੰਨਦੀ ਰਹੀ ਆ। ਉਸ ਤੋਂ ਪਹਿਲਾਂ ਇੱਕ ਹੋਰ ਵੱਡਾ ਕਾਰਨ ਸੀਗਾ ਕਿ ਜਿਹੜਾ ਅਕਾਲੀ ਦਲ ਤੇ ਬੀਜੇਪੀ ਦਾ ਜਿਹੜਾ ਤੋੜ ਵਿਛੇੜਾ ਹੋਇਆ, ਜਿਹੜੀਆਂ ਇਹਨਾਂ ਦੀਆਂ ਦੂਰੀਆਂ ਜਿਹੜੀਆਂ ਪੈਦਾ ਹੋਈਆਂ, ਉਹ ਵੀ ਪੰਜਾਬ ਦੀ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਸੀ ਉਹਦੀ ਵਜ੍ਹਾ ਕਰਕੇ ਹੀ ਹੋਇਆ ਸੀ। ਕਿਉਂਕਿ
ਜਿੰਨਾ ਜ਼ਿਕਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਰਹੇ ਆ, ਉਹ ਤਾਂ ਤੀਕਸ਼ਣ ਸੂਦ ਵਰਗੇ ਹਾਰੇ ਹੋਏ ਬੰਦਿਆਂ ਨੂੰ ਵੀ ਕੈਬਨਿਟ ਰੈਂਕ ਦਿੰਦੇ ਰਹੇ ਨੇ। ਲੇਕਿਨ ਸੁਖਬੀਰ ਦਾ ਨਜ਼ਰੀਆ ਬੀਜੇਪੀ ਦੇ ਨੇਤਾਵਾਂ ਪ੍ਰਤੀ ਹੋਰ ਤਰ੍ਹਾਂ ਦਾ ਸੀ। ਉਹ ਉਹਨਾਂ ਨੂੰ ਉਹਨਾਂ ਦੀ ਹੈਸੀਅਤ ਮੁਤਾਬਕ ਹੀ ਜਗ੍ਹਾ ਦੇ ਰਹੇ ਸੀ। ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਫਿਰ 2005 ਦੇ ਵਿੱਚ ਜਦੋਂ ਬੇਅਦਬੀਆਂ ਦਾ ਮਾਮਲਾ ਆਇਆ, ਉਦੋਂ ਬੀਜੇਪੀ ਇੱਕਦਮ ਜਿਹੜਾ ਆ ਉਹ ਕਿਨਾਰਾ ਕਰ ਗਈ। ਜਿਹੜੇ ਖਾਸ ਕਰਕੇ ਪੰਜਾਬ ਦੇ ਲੀਡਰ ਸੀਗੇ ਔਰ ਸੈਂਟਰ ਦੇ ਲੀਡਰ ਵੀ ਇਹਨਾਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ। ਕਾਰਨ ਵੀ ਬਾਦਲ ਪਰਿਵਾਰ ਦੇ ਉੱਤੇ ਜਿਹੜਾ ਬੇਅਦਬੀਆਂ ਦਾ ਸਟਿਗਮਾ ਆ, ਉਹਦੇ ਨਾਲ ਹੁਣ ਅਸੀਂ ਚੱਲ ਨਹੀਂ ਸਕਦੇ। ਔਰ ਇਸ ਮਾਮਲੇ ਦੇ ਵਿੱਚ ਵੀ ਇਹਨਾਂ ਨੇ ਨੈਸ਼ਨਲ ਲੀਡਰਸ਼ਿਪ ਨੂੰ ਮਿਸਗਾਈਡ ਕਰਕੇ ਇਹ ਗੱਲ ਕਹੀ ਗਈ ਕਿ ਬਾਦਲਾਂ ਦਾ ਹੁਣ ਜਿਹੜਾ ਆ ਪਾਰਟੀ ਦੇ ਉੱਤੇ ਵੀ ਪਕੜ ਨਹੀਂ ਰਹਿ ਗਈ, ਪੰਜਾਬ ਦੇ ਵਿੱਚ ਵੀ ਪਕੜ ਨਹੀਂ ਰਹਿ ਗਈ। ਇਸ ਗੱਲ ਕਰਕੇ ਉਹਨਾਂ ਨੇ ਇਹ ਸਲਾਹ ਦਿੱਤੀ ਕਿ ਬਾਦਲਾਂ ਨੂੰ ਪਾਰਟੀ ਤੋਂ ਲਾਂਭੇ ਕਰਕੇ ਹੋਰ ਪ੍ਰਧਾਨ ਜਿਹੜਾ ਬਣਾਇਆ ਜਾਵੇ ਤੇ ਬੀਜੇਪੀ ਉਸ ਅਕਾਲੀ ਦਲ ਨੂੰ ਸਪੋਰਟ ਕਰੇਗੀ। ਲੇਕਿਨ ਕਿਉਂਕਿ ਸੁਖਬੀਰ ਬਾਦਲ ਪਕੜ ਮਜ਼ਬੂਤ ਸੀਗੀ ਪਾਰਟੀ ਤੇ, ਉਹ ਚਾਲ ਵੀ ਜਿਹੜੀ ਆ ਉਹ ਕਾਮਯਾਬ ਨਹੀਂ ਹੋਈ। ਇਹਦੇ ਲਈ ਖੁਦ ਜਿਹੜੇ ਦੋ ਲੀਡਰਾਂ ਦਾ ਡਿਊਟੀ ਲਗਾਈ ਗਈ ਸੀਗੀ। ਇੱਕ ਕਮਲ ਸ਼ਰਮਾ ਜਿਨ੍ਹਾਂ ਦਾ ਦੇਹਾਂਤ ਹੋ ਚੁੱਕਾ, ਦੂਸਰੇ ਤੀਕਸ਼ਣ ਸੂਦ ਜਿਹੜੇ ਇਹਨਾਂ ਦੇ ਸੀਨੀਅਰ ਪੰਜਾਬ ਦੇ ਲੀਡਰ ਨੇ, ਹੁਸ਼ਿਆਰਪੁਰ ਨਾਲ ਸੰਬੰਧਿਤ ਨੇ। ਔਰ ਫਿਰ ਇਹਨਾਂ ਨੇ ਇਹ ਪਲੈਨਿੰਗ ਕੀਤੀ ਵੀ ਕਿਤੇ ਨਾ ਕਿਤੇ ਜਿਹੜਾ ਦੁਬਾਰਾ ਜਿਹੜਾ ਆ ਅਕਾਲੀ ਦਲ ਨੂੰ ਪਾੜ ਕੇ ਤੇ ਇੱਕ ਧੜੇ ਨੂੰ ਜਿਹੜਾ ਆ ਬੀਜੇਪੀ ਸਪੋਰਟ ਕਰੇਗੀ। ਲੇਕਿਨ ਉਹ ਜਦੋਂ ਢੀਂਡਸੇ ਨੂੰ ਬਣਾਇਆ, ਇੱਕ ਟਕਸਾਲੀ ਅਕਾਲੀ ਦਲ ਬਣਿਆ, ਦੋਨੇ ਬੁਰੀ ਤਰ੍ਹਾਂ ਜਿਹੜੇ ਆ ਫੇਲ ਹੋਏ। ਔਰ ਹੁਣ ਕਿਉਂਕਿ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਬੀਜੇਪੀ ਨੇ ਇੱਕ ਨੈਸ਼ਨਲ ਪੱਧਰ ਤੇ ਆਪਣਾ ਸਰਵੇ ਕਰਵਾਇਆ, ਜਿਹਦੇ ਵਿੱਚ ਉਹਨਾਂ ਦਾ ਗ੍ਰਾਫ ਜਿਹੜਾ ਥੱਲੇ ਨੂੰ ਜਾ ਰਿਹਾ ਸੀਗਾ। ਔਰ ਉਹਦੇ ਵਿੱਚ ਇੱਕ ਜਿਹੜੀ ਬੜੀ ਮਹੱਤਵਪੂਰਨ ਗੱਲ ਨਿਕਲ ਕੇ ਸਾਹਮਣੇ ਆ ਰਹੀ ਸੀਗੀ ਕਿ ਜਿਹੜੀਆਂ ਪੁਰਾਣੀਆਂ ਜਿਹੜੀਆਂ ਖੇਤਰੀ ਪਾਰਟੀਆਂ ਜਿਨ੍ਹਾਂ ਨਾਲ ਤੁਸੀਂ ਪੁਰਾਣੀਆਂ ਸਰਕਾਰਾਂ ਵੇਲੇ ਐਨਡੀਏ ਦਾ ਪਾਰਟ ਰਹੀਆਂ, ਸਮਝੌਤੇ ਕੀਤੇ ਉਹਨਾਂ ਨਾਲ, ਉਹਨਾਂ ਨੂੰ ਤੁਸੀਂ ਅਲੱਗ ਹੀ ਨਹੀਂ ਕੀਤਾ, ਬਲਕਿ ਉਹਨਾਂ ਨੂੰ ਆਪਣੇ ਦੁਸ਼ਮਣ ਦੀ ਕਤਾਰ ਦੇ ਵਿੱਚ ਜਿਹੜਾ ਉਹ ਖੜਾ ਕਰ ਲਿਆ। ਔਰ ਉਹਦੇ ਵਿੱਚ ਇਹ ਗੱਲ, ਸਰਵੇ ਦੇ ਵਿੱਚ ਇਹ ਗੱਲ ਆਈ ਆ ਕਿ ਤੁਸੀਂ ਹੁਣ ਦੁਬਾਰਾ ਜਿਹੜਾ ਆ ਉਹਨਾਂ ਨਾਲ ਸਮਝੌਤਾ ਕਰੋ। ਔਰ ਉਸੇ ਕੜੀ ਦੇ ਵਿੱਚ ਜਿਹੜਾ ਆ ਇਹ ਸਮਝੌਤਾ ਕਰਨ ਜਾ ਰਹੇ ਸੀ। ਲੇਕਿਨ ਕਿਉਂਕਿ ਜਿਹੜੀ ਪੰਜਾਬ ਦੀ ਲੀਡਰਸ਼ਿਪ ਸੀ, ਇਹ ਹਾਲੇ ਵੀ ਜਿਹੜੀ ਪੁਰਾਣੀ ਰਵਾਇਤੀ ਜਿਹੜੀ RSS ਕੇਡਰ ਬੇਸ ਜਿਹੜੀ ਪਾਰਟੀ ਸੀ, ਜਿਨ੍ਹਾਂ ਦੇ ਵਿੱਚ ਅਸ਼ਵਨੀ ਸ਼ਰਮਾ ਵੀ ਸੀਗੇ, ਹੋਰ ਵੀ ਜਿਹੜੇ ਸੁਭਾਸ਼ ਸ਼ਰਮਾ, ਇਹ ਅਕਾਲੀ ਦਲ ਦੇ ਗੱਠਜੋੜ ਦੇ ਵਿੱਚ ਖਿਲਾਫ ਸੀਗੇ। ਓਵਰ ਕੌਨਫੀਡੈਂਸ ਦੇ ਵਿੱਚ ਸੀਗੇ ਕਿ ਸਾਨੂੰ ਪੰਜਾਬ ਦੇ ਵਿੱਚ ਮੋਦੀ ਦੇ ਨਾਂ ਦੇ ਉੱਤੇ ਅਸੀਂ ਵੱਡੀਆਂ ਸੀਟਾਂ ਹਾਸਲ ਕਰ ਲਵਾਂਗੇ। ਲੇਕਿਨ ਕਿਉਂਕਿ ਜਦੋਂ ਹਕੀਕਤ ਸਾਹਮਣੇ ਆਈ, ਸਰਵੇ ਕਰਵਾਇਆ ਗਿਆ, ਸਾਰਾ ਕੁਝ ਦੇਖਿਆ ਗਿਆ, ਇੰਟੈਲੀਜੈਂਸ ਰਿਪੋਰਟਸ ਲਈਆਂ ਗਈਆਂ, ਤੇ ਉਹਦੇ ਵਿੱਚ ਜਿਹੜਾ ਆ ਇਹ ਗੱਲ ਫੇ ਨਿਕਲ ਕੇ ਸਾਹਮਣੇ ਆਈ ਵੀ ਨਹੀਂ, ਗੱਠਜੋੜ ਜ਼ਰੂਰੀ ਆ। ਔਰ ਉਹਦੇ ਲਈ ਸੁਨੀਲ ਜਾਖੜ ਜਿਹੜੇ ਨੇ, ਕਿਉਂਕਿ ਉਹ ਵੀ ਵੱਡੇ ਤੌਰ ਦੇ ਉੱਤੇ ਹਮਾਇਤ ਕਰ ਰਹੇ ਸੀ, ਜਿਹੜੇ ਮਨਪ੍ਰੀਤ ਬਾਦਲ ਜਿਹੜਾ ਆ ਉਹ ਇਸ ਗੱਠਜੋੜ ਲਈ ਬਹੁਤ ਜ਼ੋਰ ਲਾ ਰਹੇ ਸੀ। ਤੇ ਕਿਤੇ ਨਾ ਕਿਤੇ ਨੈਸ਼ਨਲ ਲੀਡਰਸ਼ਿਪ ਵੀ ਚਾਹੁੰਦੀ ਸੀਗੀ ਕਿ ਅਸੀਂ ਇਹਨਾਂ ਨਾਲ ਗੱਠਜੋੜ ਕਰੀਏ। ਔਰ ਇਹਨਾਂ ਨੇ ਫਿਰ ਪੁਰਾਣੀ ਲੀਡਰਸ਼ਿਪ ਜਿਹੜੀ ਸੀ ਬੀਜੇਪੀ ਨੂੰ, ਇਹਨਾਂ ਨੂੰ ਕਿਨਾਰਾ ਕਰਕੇ ਇਹਨਾਂ ਨੇ ਹੁਣ ਜਿਹੜਾ ਆ ਉਹ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਇਆ। ਉਹਦੇ ਨਾਲ ਬੀਜੇਪੀ ਇਹ ਸੋਚਦੀ ਆ ਕਿਉਂਕਿ ਜਾਖੜ ਇੱਕ ਸਾਫ਼ ਸੁਥਰੇ ਕਿਰਦਾਰ ਔਰ ਛਵੀ ਦੇ ਨੇਤਾ ਨੇ, ਔਰ ਇਹ ਆਪਣੇ ਨਾਲ ਇੱਕ ਵੱਡਾ ਹਿੱਸਾ ਕਾਂਗਰਸ ਕੇਡਰ ਦਾ ਵੀ ਨਾਲ ਲੈ ਕੇ ਆਉਣਗੇ। ਜਿਹੜਾ ਹਿੰਦੂ ਵੋਟ ਜਿਹੜੀ ਆ ਉਹ ਨਾਲ ਲੈ ਕੇ ਆਉਣਗੇ, ਕਿਉਂਕਿ ਬੁਲਾਰੇ ਵੀ ਚੰਗੇ ਨੇ, ਪਕੜ ਵੀ ਚੰਗੀ ਆ, ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਨੇ। ਔਰ ਇਹੀ ਵਜ੍ਹਾ ਰਹੀ ਆ ਕਿ ਸੁਨੀਲ ਜਾਖੜ ਨੂੰ ਉਹਨਾਂ ਨੇ ਇਹ ਸਾਰੀ ਗਿਣਤੀ ਮਿਣਤੀ ਕਰਕੇ ਜਿਹੜਾ ਆ ਉਹ ਪੰਜਾਬ ਦਾ ਪ੍ਰਧਾਨ ਜਿਹੜਾ ਲਗਾਇਆ। ਔਰ ਸੁਭਾਵਿਕ ਤੌਰ ਦੇ ਉੱਤੇ ਹੁਣ ਉਹ ਜਿਹੜੇ ਆ ਪੁਰਾਣੇ ਕਾਂਗਰਸੀ ਨੂੰ ਵੀ ਅੱਗੇ ਕਰਨਗੇ, ਜਿੱਥੇ ਕਿਤੇ ਬੀਜੇਪੀ ਦੇ ਸਟਰੋਂਗ ਲੀਡਰ ਨੇ ਉੱਥੇ ਉਹਨਾਂ ਨੂੰ ਅੱਗੇ ਲਿਆਉਣਗੇ। ਸੋ ਜਿੰਨਾ ਚਿਰ ਪੰਜਾਬ ਬੀਜੇਪੀ ਮਾਫ ਕਰਨਾ ਸੁਨੀਲ ਜਾਖੜ ਜਦੋਂ ਪੰਜਾਬ ਕਾਂਗਰਸ ਦੇ ਵੀ ਪ੍ਰੈਜ਼ੀਡੈਂਟ ਰਹੇ, ਉਹਨਾਂ ਨੇ ਉਸ ਸਮੇਂ ਵੀ ਉਹਨਾਂ ਦੀ ਜਿਹੜੀ ਜਿਹੜਾ ਉਹਨਾਂ ਦਾ ਕੰਮ ਸੀਗਾ ਉਹ ਕਾਫੀ ਬੋਲਦਾ ਸੀਗਾ ਔਰ ਕਾਮਯਾਬ ਰਹੇ ਨੇ। ਔਰ ਇਸੇ ਸਾਰੀ ਕੜੀ ਦੇ ਵਿੱਚ ਸੁਨੀਲ ਜਾਖੜ ਨੂੰ ਜਿਹੜਾ ਆ ਇਹਨਾਂ ਨੇ ਅੱਜ ਜਿਹੜਾ ਅਨਾਉਂਸ ਕਰ ਦਿੱਤਾ। ਤੇ ਹੁਣ ਸਭ ਤੋਂ ਵੱਡੀ ਜਿਹੜੀ ਉਹਨਾਂ ਵਾਸਤੇ ਜਿਹੜੀ ਚੁਣੌਤੀ ਆ ਉਹ ਹੈਗੀਆਂ 2024 ਦੀਆਂ ਜਿਹੜੀਆਂ
ਚੋਣਾਂ ਨੇ ਠੀਕ ਹੈ ਜੀ। ਉਹਨੂੰ ਮੱਦੇਨਜ਼ਰ ਰੱਖ ਕੇ ਸਾਰੀ ਇਹ ਰੱਦੋ ਬਦਲ ਜਿਹੜੀ ਆ ਉਹ ਕੀਤੀ ਗਈ ਆ ਜੀ। ਬਹੁਤ ਬਹੁਤ ਸ਼ੁਕਰੀਆ ਪਰਵਿੰਦਰ। ਔਰ ਹੁਣ ਕਮਾਲ ਤੇ ਇਹ ਹੋਏਗੀ ਕਿ ਕੱਲ ਤੱਕ ਦੇ ਬੀਜੇਪੀ ਦੇ ਕੱਟੜ ਵਿਰੋਧੀ, ਬੀਜੇਪੀ ਨੂੰ ਪਾਣੀ ਪੀ ਪੀ ਕੇ ਕਹਿੰਦੇ ਜੀ ਭੰਡਣ ਵਾਲੇ ਜਿਹੜੇ ਲੋਕ ਨੇ, ਹੁਣ ਉਹ ਬੀਜੇਪੀ ਦੇ ਝੰਡੇ ਥੱਲੇ ਆ ਜਾਣਗੇ। ਮੈਨੂੰ ਚੇਤਾ ਆ ਰਿਹਾ ਜਦੋਂ ਅਮਿਤ ਸ਼ਾਹ ਗੁਰਦਾਸਪੁਰ ਆਏ ਸੀ ਪਿੱਛੇ ਜਿਹੀ, ਤੇ ਇੱਕ ਸੀਨੀਅਰ ਕਾਂਗਰਸੀ ਲੀਡਰ ਜਦੋਂ ਬੋਲਣ ਲੱਗਾ, ਕਾਂਗਰਸੀ ਲੀਡਰ ਤਾਂ ਨਹੀਂ ਕਹਿ ਸਕਦੇ, ਹੁਣ ਤੇ ਉਹ ਬੀਜੇਪੀ 'ਚ ਸ਼ਾਮਿਲ ਹੋ ਚੁੱਕਾ ਹੈ, ਤੇ ਹੁਣ ਤੇ ਉਹ ਬੀਜੇਪੀ ਲੀਡਰਾਂ ਨੂੰ ਚੇਤਾ ਨਹੀਂ ਰਿਹਾ ਕਿ ਹੁਣ ਉਹ ਬੀਜੇਪੀ 'ਚ ਹੈ। ਤੇ ਉੱਤੇ ਵੀ ਬੈਠੇ ਸਾਰੇ ਬਹੁਤੇ ਜਿਹੜੇ ਬੰਦੇ ਸੀ, ਫਤਿਹ ਜੰਗ ਸਿੰਘ ਬਾਜਵਾ, ਜਿੰਨੇ ਵੀ ਬੰਦੇ ਸੀ, ਅੱਧੇ ਨਾਲ ਜ਼ਿਆਦਾ ਬੰਦੇ ਤੇ ਉਹ ਹਿੱਸੇ ਪੁਰਾਣੇ ਕਾਂਗਰਸੀ ਸੀ। ਤੇ ਉਹਦੇ ਮੂੰਹ 'ਚ ਸੁਭਾਵਕ ਨਿਕਲ ਗਿਆ ਕਿ ਮੰਚ ਤੇ ਬੈਠੇ ਮੇਰੇ ਸਾਰੇ ਕਾਂਗਰਸ ਲੀਡਰ ਸਾਥੀਓ, ਤੇ ਬਾਅਦ 'ਚੋਂ ਫਿਰ ਉਹਨੂੰ ਆਪਣੇ ਆਪ ਨੂੰ ਕਰੈਕਟ ਕਰਨਾ ਪਿਆ ਕਿ ਨਹੀਂ ਨਹੀਂ ਬੀਜੇਪੀ ਦੇ ਸਾਥੀਓ। ਤਾਂ ਮਤਲਬ ਕਹਿਣ ਦਾ ਇਹ ਹੈ ਵੀ ਸੁਨੀਲ ਜਾਖੜ ਲਈ ਕਿੰਨਾ ਕੁ ਔਖਾ ਹੋਏਗਾ। ਇੱਕ ਪਾਸੇ ਉਹ ਸਾਰੀ ਜ਼ਿੰਦਗੀ ਕਾਂਗਰਸ ਦੀ ਨੁਮਾਇੰਦਗੀ ਕਰਦੇ ਰਹੇ, ਕਾਂਗਰਸ ਵੱਲੋਂ ਚੋਣਾਂ ਲੜੀਆਂ, ਚੋਣ ਜਿੱਤੇ, ਪ੍ਰਧਾਨ ਰਹੇ, ਆਪੋਜੀਸ਼ਨ ਦੇ ਲੀਡਰ ਰਹੇ, ਤੇ ਹੁਣ ਉਹ ਬੀਜੇਪੀ ਦੀ ਅਗਵਾਈ ਕਰਨਗੇ ਜਿਸ ਬੀਜੇਪੀ ਨੂੰ ਉਹ ਕੋਸਦੇ ਰਹੇ। ਉਹ ਦੂਜੇ ਪਾਸੇ ਉਹ ਕੱਟੜ ਵਿਰੋਧੀ ਰਹੇ ਅਕਾਲੀ ਦਲ ਦੇ, ਤੇ ਜੇ ਹੁਣ ਅਕਾਲੀ ਦਲ ਨਾਲ ਗੱਠਜੋੜ ਹੁੰਦਾ ਪੰਜਾਬ ਦੇ ਵਿੱਚ ਬੀਜੇਪੀ ਦਾ, ਤੇ ਉਹਨਾਂ ਸਾਰੇ ਕੱਟੜ ਵਿਰੋਧੀਆਂ ਨਾਲ ਉਹਨਾਂ ਨੂੰ ਫਿਰ ਮਿਲ ਕੇ ਚੱਲਣਾ ਪਏਗਾ। ਤੇ ਤਾਣਾ ਬਾਣਾ ਜਿਹੜਾ ਹੈ ਉਧਰੋਂ, ਜਿਸ ਤਰ੍ਹਾਂ ਮੈਂ ਹੁਣੇ ਗੱਲ ਕੀਤੀ ਸੀ ਕਿ ਮੁੜ ਘੁੜ ਕੇ ਖੋਤੀ ਬੋੜ ਥੱਲੇ, ਕਿ ਇਹੀ ਅਕਾਲੀ ਪਹਿਲਾਂ ਕਹਿੰਦੇ ਜੀ 9 ਮਾਸ ਦਾ ਰਿਸ਼ਤਾ ਹੈ ਬੀਜੇਪੀ ਨਾਲ, ਫਿਰ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਇੱਕ ਦੂਜੇ ਨੂੰ ਭੰਡਣ ਲੱਗੇ, ਕਿਸ ਤਰ੍ਹਾਂ ਖੁੱਲ੍ਹ ਕੇ ਵਿਰੋਧ ਕੀਤਾ ਇੱਕ ਦੂਜੇ ਦਾ। ਹੁਣ ਲੋੜ ਪੈ ਰਹੀ ਹੈ ਤੇ ਫਿਰ ਇਕੱਠੇ ਹੋ ਰਹੇ ਹੈ। ਤਾਂ ਕੁੱਲ ਮਿਲਾ ਕੇ ਜਿਹੜੀ ਰਾਜਨੀਤੀ ਹੈ ਇਹਦਾ ਕੋਈ ਲੋਕ ਹੱਸਦੇ ਆ ਭਈ ਫਤਿਹ ਜੰਗ ਸਿੰਘ ਬਾਜਵਾ ਤੇ ਪ੍ਰਤਾਪ ਬਾਜਵਾ ਸਕੇ ਭਰਾ ਨੇ, ਇੱਕ ਫਲੋਰ ਤੇ ਇੱਕ ਭਰਾ, ਦੂਜੇ ਫਲੋਰ ਤੇ ਇੱਕ ਭਰਾ, ਇੱਕ ਫਲੋਰ ਤੇ ਕਾਂਗਰਸ ਦਾ ਝੰਡਾ ਤੇ ਦੂਜੇ ਫਲੋਰ ਦੇ ਉੱਤੇ ਬੀਜੇਪੀ ਦਾ ਝੰਡਾ। ਉਹ ਕਹਿੰਦੇ ਜੀ ਪੌੜੀਆਂ ਚੜ ਜਾਓ ਤੇ ਅਕਾਲੀ ਦਾ ਆਪਣਾ ਬੀਜੇਪੀ, ਤੇ ਥੱਲੇ ਆ ਜਾਓ ਤੇ ਕਾਂਗਰਸ। ਇੱਕ ਘਰ ਦੇ ਵਿੱਚ 2 ਲੀਡਰ, 2 ਵੱਖੋ ਵੱਖਰੀਆਂ ਵਿਚਾਰਧਾਰਾਵਾਂ ਹੋ ਗਈਆਂ। ਹੁਣ ਇਹ ਬਣ ਕੀ ਰਿਹਾ ਹੈ? ਤਾਂ ਮਤਲਬ ਬੀਜੇਪੀ ਕੋਲ ਕਿਉਂਕਿ ਲੀਡਰ ਨਹੀਂ ਹੈਗੇ ਪੰਜਾਬ ਦੇ ਵਿੱਚ, 117 ਸੀਟਾਂ ਤੇ ਚੋਣ ਲੜਨੀ ਕਿਹੜਾ ਆਸਾਨ ਹੈ। ਤਾਂ ਕਰਾ ਕੇ ਜਿੱਥੋਂ ਕਿਤੇ ਮਰਜ਼ੀ ਆ ਜਾਓ, ਕਿੰਨਾ ਮਰਜ਼ੀ ਕੋਈ ਕਰਪਟ ਹੈ ਆ ਕੇ ਬੀਜੇਪੀ ਨੂੰ ਜੁਆਇਨ ਕਰ ਲਓ, ਪਰ ਕੀ ਬੀਜੇਪੀ ਆਪਣਾ ਆਧਾਰ ਫਿਰ ਵੀ ਇਹ ਸਾਰੇ ਦੇ ਬਾਵਜੂਦ ਪੰਜਾਬ 'ਚ ਬਣਾ ਪਾਏਗੀ? ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ। ਪਰਵਿੰਦਰ ਇਹ ਗੱਲ ਹੋ ਲੈਣ ਦਈਏ ਤੇ ਕੱਲ ਆਪਾਂ ਫਿਰ ਦੁਬਾਰਾ ਜੋ ਡਿਵੈਲਪਮੈਂਟ ਹੋਏਗੀ ਤੇ ਕੱਲ ਚਰਚਾ ਕਰਾਂਗੇ, ਠੀਕ ਹੈ ਜੀ? ਜੀ ਜੀ ਧੰਨਵਾਦ, ਥੈਂਕ ਯੂ ਸੋ ਮਚ।